ਸੋ ਵੈਲਕਮ। ਸੋ ਅੱਜ ਅਸੀਂ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪ੍ਰਮੁੱਖ ਜਿੱਤਾਂ ਸੀਗੀਆਂ ਉਹਦੇ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਲਾਹੌਰ ਦੀ ਜਿੱਤ ਬਾਰੇ। ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ। ਠੀਕ ਹੈ, ਸਭ ਤੋਂ ਉਹਨਾਂ ਦੀ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ। ਇੱਥੇ ਭੰਗੀ ਸਰਦਾਰਾਂ ਦਾ ਰਾਜ ਸੀ। ਅਫਗਾਨਿਸਤਾਨ ਦਾ ਸ਼ਾਸਕ ਸ਼ਾਹਜਮਾਨ, ਠੀਕ ਹੈ, ਜਿੱਦਾਂ ਕਿ ਮੈਂ ਆਪਣੀ ਪ੍ਰੀਵੀਅਸ ਵੀਡੀਓ ਦੇ ਵਿੱਚ ਸ਼ਾਹਜਹਾਨ ਬਾਰੇ ਗੱਲ ਕੀਤੀ ਸੀਗੀ, ਤਾਂ ਅਫਗਾਨਿਸਤਾਨ ਦਾ ਸ਼ਾਸਕ ਸੀਗਾ। ਉਸਨੂੰ ਪੰਜਾਬ ਆਪਣੇ ਅਧੀਨ ਕਰਨ ਦੇ ਸੁਪਨੇ ਦੇਖ ਰਿਹਾ ਸੀਗਾ। ਠੀਕ ਹੈ, ਉਹ ਚਾਹੁੰਦਾ ਸੀਗਾ ਕਿ ਮੈਂ ਪੰਜਾਬ ਨੂੰ ਆਪਣੇ ਰਾਜ ਦੇ ਅਧੀਨ ਕਰ ਲਾਂ। ਇਸ ਉਦੇਸ਼ ਦੀ ਪੂਰਤੀ ਲਈ ਉਸਨੇ 1793 ਈਸਵੀ ਤੋਂ 1798 ਈਸਵੀ ਤੱਕ ਪਹੁੰਚ ਕੇ 4 ਵਾਰ ਪੰਜਾਬ ਉੱਪਰ ਹਮਲਾ ਕੀਤਾ। ਠੀਕ ਹੈ, ਆਪਣੇ ਚੌਥੇ ਹਮਲੇ ਦੌਰਾਨ ਨਵੰਬਰ 1798 ਈਸਵੀ ਦੇ ਵਿੱਚ ਉਸਨੇ ਬੜੀ ਆਸਾਨੀ ਨਾਲ ਪੰਜਾਬ ਉੱਪਰ ਕਬਜ਼ਾ ਕਰ ਲਿਆ। ਲਗਾਤਾਰ 4 ਵਾਰ ਹਮਲੇ ਕਰਨ ਦੇ ਨਾਲ ਉਹਨੇ ਆਪਣੇ ਚੌਥੇ ਹਮਲੇ 1798 ਦੇ ਵਿੱਚ ਉਹਨੇ ਆਖਰੀ ਹਮਲਾ ਕੀਤਾ, ਆਪਣਾ ਚੌਥਾ ਹਮਲਾ। ਉਹਦੇ ਵਿੱਚ ਉਸਨੇ ਪੰਜਾਬ ਦੇ ਉੱਤੇ ਬੜੀ ਆਸਾਨੀ ਦੇ ਨਾਲ ਜਿੱਤ ਪ੍ਰਾਪਤ ਕਰ ਲਈ। ਪਰ ਕਾਬਲ ਵਿੱਚ ਬਗਾਵਤ ਹੋਣ ਕਰਕੇ ਉਸਨੂੰ ਵਾਪਸ ਜਾਣਾ ਪਿਆ। ਭੰਗੀ ਸਰਦਾਰਾਂ ਨੇ ਦੁਬਾਰਾ ਕਬਜ਼ਾ ਕਰ ਲਿਆ। ਠੀਕ ਹੈ, ਪਰ ਉਹਦੇ ਵਿੱਚ ਕੀ ਹੋ ਗਿਆ, ਉਹਦੇ ਕਾਬਲ ਰਾਜ ਦੇ ਵਿੱਚ ਕੀ ਸੀਗਾ, ਬਗਾਵਤ ਹੋ ਗਈ। ਫਿਰ ਜੋ ਸਾਡੇ ਸਿੱਖ ਸਰਦਾਰ ਸੀਗੇ, ਭੰਗੀ ਸਰਦਾਰ ਸੀਗੇ, ਉਹਨਾਂ ਨੇ ਦੁਬਾਰਾ ਆਪਣੇ ਲਾਹੌਰ 'ਤੇ ਕਬਜ਼ਾ ਕਰ ਲਿਆ। ਲਾਹੌਰ ਦੀ ਪ੍ਰਜਾ ਉਹਨਾਂ ਦੇ ਜ਼ੁਲਮਾਂ 'ਤੇ ਬਹੁਤ ਦੁਖੀ ਸੀ, ਇਸ ਲਈ ਉਹਨਾਂ ਨੇ ਰਣਜੀਤ ਸਿੰਘ ਨੂੰ ਲਾਹੌਰ ਉੱਪਰ ਕਬਜ਼ਾ ਕਰਨ ਲਈ ਕਿਹਾ। ਠੀਕ ਹੈ, ਸੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਜਿਹੜੀ ਪ੍ਰਜਾ ਸੀਗੀ ਆਪਣੇ ਕਿਸੇ ਸ਼ਾਸਕ ਤੋਂ ਦੁਖੀ ਸੀਗੀ। ਉਹ ਖੁਦ ਕਹਿੰਦੇ ਸੀਗੇ ਕਿ ਆਓ, ਕਿਸੇ ਦੂਸਰੇ ਸ਼ਾਸਕ, ਕਿਸੇ ਦੂਸਰੇ ਰਾਜਾ ਨੂੰ ਕਹਿੰਦੇ ਸੀਗੇ ਕਿ ਆਓ ਤੁਸੀਂ ਸਾਡੇ ਰਾਜ 'ਤੇ ਕਬਜ਼ਾ ਕਰੋ, ਸਾਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਓ। ਸੋ ਇਸੇ ਤਰ੍ਹਾਂ ਲਾਹੌਰ ਦੀ ਜਨਤਾ ਬਹੁਤ ਦੁਖੀ ਸੀ, ਇਸ ਕਰਕੇ ਉਹਨਾਂ ਨੇ ਰਣਜੀਤ ਸਿੰਘ ਨੂੰ ਕਿਹਾ ਕਿ ਉਹ ਸਾਡੇ ਉੱਪਰ ਆ ਕਰ ਕਬਜ਼ਾ ਕਰ ਲੈਣ। ਰਣਜੀਤ ਸਿੰਘ ਅਜਿਹੇ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ। ਉਸਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ 6 ਜੁਲਾਈ 1799 ਈਸਵੀ ਨੂੰ ਲਾਹੌਰ ਉੱਪਰ ਹਮਲਾ ਕਰ ਦਿੱਤਾ। ਇਸ ਹਮਲੇ ਦੀ ਖਬਰ ਮਿਲਦਿਆਂ ਹੀ ਸਾਹਿਬ ਸਿੰਘ ਤੇ ਮੋਹਰ ਸਿੰਘ ਨੱਸ ਗਏ ਅਤੇ ਚੇਤ ਸਿੰਘ ਨੇ ਥੋੜ੍ਹੇ ਮੁਕਾਬਲੇ ਪਿੱਛੋਂ ਹਾਰ ਕਬੂਲ ਕਰ ਲਈ। ਇਸੇ ਤਰ੍ਹਾਂ 7 ਜੁਲਾਈ 1799 ਈਸਵੀ ਨੂੰ ਰਣਜੀਤ ਸਿੰਘ ਨੇ ਲਾਹੌਰ ਉੱਪਰ ਕਬਜ਼ਾ ਕਰ ਲਿਆ। ਸੋ ਇਹ ਸੀਗੀ ਲਾਹੌਰ ਦੀ ਜਿੱਤ, ਜਿਹੜੀ ਕਿ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ। ਹੁਣ ਅਸੀਂ ਗੱਲ ਕਰਾਂਗੇ ਬਸੀਨ ਦੀ ਜਿੱਤ ਬਾਰੇ। ਸੋ ਜੇਕਰ ਆਪਾਂ ਬੁੱਕ ਦੇ ਅਕੋਰਡਿੰਗਲੀ ਚੱਲੀਏ ਜਾਂ ਆਪਣੀ ਗਾਈਡ ਦੇ ਕੁਐਸਚਨਸ ਦੇ ਵਿੱਚ ਦੇਖੀਏ ਤਾਂ ਉੱਥੇ ਤੁਹਾਨੂੰ ਕਾਫੀ ਸਾਰੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਭਿਆਨ ਪੜ੍ਹਨ ਨੂੰ ਮਿਲਣਗੇ। ਠੀਕ ਹੈ, ਲੜਾਈਆਂ ਉਹਨਾਂ ਦੀਆਂ ਜਿਸ ਵੀ ਜਗ੍ਹਾ ਦੇ ਉੱਤੇ, ਜਿਸ ਵੀ ਥਾਵਾਂ ਦੇ ਉੱਤੇ ਉਹਨੇ ਲੜਾਈਆਂ ਲੜੀਆਂ ਜਾਂ ਜਿੱਤ ਪ੍ਰਾਪਤ ਕੀਤੀ ਉਸਦੇ ਬਾਰੇ। ਬਟ ਇਸ ਜੋ ਹੈ ਸਲਾਈਡ ਦੇ ਵਿੱਚ ਜੋ ਮੇਨ ਜਿੱਤ ਨੇ ਉਸੇ ਬਾਰੇ ਹੀ ਆਪਾਂ ਗੱਲ ਕਰਾਂਗੇ। ਸੋ ਉਹਨਾਂ ਨੇ ਬਹੁਤ ਸਾਰੇ ਅਭਿਆਨ ਚਲਾਏ ਸੀਗੇ। ਠੀਕ ਹੈ, ਸੋ ਇਹਦੇ ਵਿੱਚ ਆਪਾਂ ਮੇਨ ਯਾਦ ਕਰਾਂਗੇ। ਇਹਦੇ ਵਿੱਚ ਇੱਕ ਕਸ਼ਮੀਰ ਦੀ ਵਿਜੇ ਵੀ ਬਹੁਤ ਇੰਪੋਰਟੈਂਟ ਆ। ਸੋ ਜੋ ਹੈ ਸਲਾਈਡ ਵਿੱਚ ਸ਼ਾਮਿਲ ਨੇ, ਸਾਰੀ ਜਿੱਤਾਂ ਹੀ ਬਹੁਤ ਇੰਪੋਰਟੈਂਟ ਆ। ਸੋ ਓਬਵੀਅਸਲੀ ਸਾਨੂੰ ਕੁਐਸਚਨ ਵੀ ਆ ਸਕਦਾ ਹੈ, ਸੋ ਇਸ ਕਰਕੇ ਅਸੀਂ ਇਹ ਜਿੱਤਾਂ ਨੂੰ ਕਰਾਂਗੇ। ਸੋ ਅਸੀਂ ਹੁਣ ਬਸੀਨ ਦੀ ਜਿੱਤ ਬਾਰੇ ਗੱਲ ਕਰਦੇ ਹਾਂ। ਲਾਹੌਰ ਦੀ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ। ਠੀਕ ਹੈ, ਲਾਹੌਰ ਦੀ ਜਿੱਤ ਕਾਰਨ ਬਹੁਤ ਸਾਰੇ ਜਿਹੜੇ ਸਰਦਾਰ ਸੀਗੇ, ਕਿਉਂਕਿ ਉਸ ਸਮੇਂ ਅਲੱਗ-ਅਲੱਗ ਮਿਸਲਾਂ ਦਾ ਸ਼ਾਸਨ ਸੀਗਾ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਜਿਹੜੀ ਕਮਜ਼ੋਰ ਰਿਆਸਤਾਂ ਸੀਗੀਆਂ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਆਪਣੀ ਮਿਸਲ ਨੂੰ ਸ਼ਕਤੀਸ਼ਾਲੀ ਬਣਾਉਂਦੇ ਜਾ ਰਹੇ ਸੀਗੇ। ਠੀਕ ਹੈ, ਅਲੱਗ-ਅਲੱਗ ਮਿਸਲਾਂ ਦੀ ਵੰਡ ਹੋਣ ਕਰਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕਰ ਗਿਆ ਤਾਂ ਬਾਕੀ ਸਾਰੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ। ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਤਾਂ ਕਸੂਰ ਦੇ ਨਿਜ਼ਾਮ ਉਦ-ਮਦੀਨ ਨੇ ਮਹਾਰਾਜਾ ਦੇ ਖਿਲਾਫ ਗੱਠਜੋੜ ਤਿਆਰ ਕਰ ਲਿਆ। ਉਹ ਆਪਣੀਆਂ ਫੌਜਾਂ ਲੈ ਕੇ ਬਸੀਨ ਨਾਂ ਦੇ ਪਿੰਡ ਪਹੁੰਚ ਗਏ। ਰਣਜੀਤ ਸਿੰਘ ਵੀ ਉਹਨਾਂ ਦਾ ਟਾਕਰਾ ਕਰਨ ਲਈ ਆ ਡਟਿਆ। ਲਗਭਗ 2 ਮਹੀਨਾ ਫੌਜਾਂ ਡਟੀਆਂ ਰਹੀਆਂ, ਕਿਸੇ ਦੇ ਵੀ ਹਮਲਾ ਕਰਨ ਦੀ ਹਿੰਮਤ ਨਹੀਂ ਪਈ। ਅਚਾਨਕ ਗੁਲਾਬ ਸਿੰਘ ਭੰਗੀ, ਜੋ ਗੱਠਜੋੜ ਦਾ ਨੇਤਾ ਸੀ, ਜ਼ਿਆਦਾ ਸ਼ਰਾਬ ਪੀਣ ਕਰਕੇ ਮਰ ਗਿਆ। ਠੀਕ ਹੈ, ਗੁਲਾਬ ਸਿੰਘ ਭੰਗੀ ਜੋ ਕਿ ਗੱਠਜੋੜ ਦਾ ਨੇਤਾ ਸੀਗਾ, ਜ਼ਿਆਦਾ ਸ਼ਰਾਬ ਪੀਣ ਕਰਕੇ ਉਸਦੀ ਮੌਤ ਹੋ ਗਈ। ਇਸ ਨਾਲ ਗੱਠਜੋੜ ਦੀਆਂ ਫੌਜਾਂ ਦਾ ਹੌਸਲਾ ਟੁੱਟ ਗਿਆ। ਓਬਵੀਅਸਲੀ ਨੇਤਾ ਹੀ ਅਗਰ ਖਰਾਬ ਨਿਕਲੇਗਾ ਤਾਂ ਫੌਜਾਂ ਕਿਵੇਂ ਅੱਛਾ ਰਿਐਕਟ ਕਰ ਪਾਉਣਗੀਆਂ, ਆਪਣਾ ਰਿਸਪੌਂਸ ਦੇਣਗੀਆਂ ਯੁੱਧ ਦੇ ਵਿੱਚ। ਸੋ ਫੌਜਾਂ ਦਾ ਜੋ ਹੌਸਲਾ ਸੀਗਾ ਟੁੱਟ ਗਿਆ। ਇਸੇ ਤਰ੍ਹਾਂ ਰਣਜੀਤ ਸਿੰਘ ਨੂੰ ਬਿਨਾਂ ਖੂਨ ਵਹਾਏ ਹੀ ਜਿੱਤ ਨਸੀਬ ਹੋ ਗਈ, ਯਾਨੀ ਕਿ ਬਿਨਾਂ ਉਹਨਾਂ ਨੂੰ ਕੋਈ ਐਫਰਟਸ ਕਰੇ, ਕੋਈ ਲੜਾਈ ਲੜੇ, ਉਹਨਾਂ ਨੂੰ ਜਿੱਤ ਪ੍ਰਾਪਤ ਹੋ ਚੁੱਕੀ ਸੀਗੀ। ਕਿ ਜਿਨ੍ਹਾਂ ਦਾ ਨੇਤਾ ਇਸ ਤਰੀਕੇ ਦੇ ਨਾਲ ਮਤਲਬ ਕਿਉਂਕਿ ਮਰ ਜਾਵੇ ਜਾਂ ਉਹਨਾਂ ਨੇ ਅਤੇ ਉਹਦੀ ਸੈਨਾ ਓਬਵੀਅਸਲੀ ਕਮਜ਼ੋਰ ਪੈ ਜਾਏਗੀ। ਸੋ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਦੇ ਮੌਕੇ ਨੂੰ ਮਤਲਬ ਗ੍ਰੈਬ ਕੀਤਾ ਅਤੇ ਫਟਾਫਟ ਉਹਨਾਂ ਨੇ ਮਤਲਬ ਕਿ ਇਸ ਰਿਆਸਤ ਉੱਤੇ ਕਬਜ਼ਾ ਕਰ ਲਿਆ। ਇਸ ਨਾਲ ਰਣਜੀਤ ਸਿੰਘ ਦਾ ਬਹੁਤ ਵੱਡਾ ਖਤਰਾ ਟਲ ਗਿਆ ਅਤੇ ਲਾਹੌਰ ਉੱਪਰ ਉਸਦਾ ਕਬਜ਼ਾ ਪੱਕਾ ਹੋ ਗਿਆ। ਅੰਮ੍ਰਿਤਸਰ ਦੀ ਜਿੱਤ ਵੀ ਇੰਪੋਰਟੈਂਟ ਹੈ। ਸੋ
ਧਾਰਮਿਕ ਪੱਖ ਤੋਂ ਅੰਮ੍ਰਿਤਸਰ ਸ਼ਹਿਰ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਸੀਗਾ ਅੰਮ੍ਰਿਤਸਰ ਸ਼ਹਿਰ। 1805 ਈਸਵੀ ਵਿੱਚ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾ, ਜੋ ਆਪਣੇ ਨਾਬਾਲਿਗ ਪੁੱਤਰ ਗੁਰਦਿੱਤ ਸਿੰਘ ਦੇ ਨਾਂ 'ਤੇ ਸ਼ਾਸਨ ਕਰ ਰਹੀ ਸੀ, ਨੂੰ ਲਾਹੌਰ ਦਾ ਕਿਲ੍ਹਾ ਅਤੇ ਜਮਜਮਾ ਤੋਪ ਉਸਦੇ ਹਵਾਲੇ ਕਰਨ ਲਈ ਕਿਹਾ। ਮਾਈ ਸੁੱਖਾ ਨੇ ਕਿਹਾ ਕਿ ਇਹ ਮੰਗ ਨਾ ਮੰਨੀ ਰਣਜੀਤ ਸਿੰਘ ਨੇ ਅੰਮ੍ਰਿਤਸਰ ਉੱਪਰ ਹਮਲਾ ਕਰ ਦਿੱਤਾ। ਮਾਈ ਸੁੱਖਾ ਨੇ ਥੋੜ੍ਹੇ ਹੀ ਵਿਰੋਧ ਪਿੱਛੋਂ ਹਾਰ ਮੰਨ ਲਈ। ਇਸ ਤਰ੍ਹਾਂ ਰਣਜੀਤ ਸਿੰਘ ਦਾ ਲਾਹੌਰ ਉੱਪਰ ਕਬਜ਼ਾ ਹੋ ਗਿਆ। ਇਸ ਤਰ੍ਹਾਂ ਰਣਜੀਤ ਸਿੰਘ ਦਾ ਅੰਮ੍ਰਿਤਸਰ ਦੇ ਉੱਪਰ ਜਿਹੜੀ ਸੀਗੀ ਜਿੱਤ ਪੂਰੀ ਹੋ ਚੁੱਕੀ ਅਤੇ ਲਾਹੌਰ ਉਸ ਸਮੇਂ ਜੋ ਸੀਗਾ ਅੰਮ੍ਰਿਤਸਰ ਲਾਹੌਰ ਦੇ ਵਿੱਚ ਸੀਗਾ। ਸੋ ਉਹਨਾਂ ਦੀ ਜਿਹੜਾ ਲਾਹੌਰ ਦੇ ਉੱਪਰ ਪੂਰਾ ਪੱਕਾ ਕਬਜ਼ਾ ਹੋ ਚੁੱਕਿਆ ਸੀਗਾ। ਸੋ ਉਹਨਾਂ ਕੋਲ ਜਮਜਮਾ ਤੋਪ ਵੀ ਚਲੀ ਗਈ ਸੀਗੀ ਮਹਾਰਾਜਾ ਰਣਜੀਤ ਸਿੰਘ ਕੋਲ। ਸਤਲੁਜ ਉਰਾਰ ਦੇ ਹਮਲੇ। ਮਹਾਰਾਜਾ ਰਣਜੀਤ ਸਿੰਘ ਨੇ 1806 ਈਸਵੀ ਤੋਂ 1808 ਈਸਵੀ ਦੇ ਸਮੇਂ ਦੌਰਾਨ ਸਤਲੁਜ ਉਰਾਰ ਦੇ ਪ੍ਰਦੇਸ਼ਾਂ ਉੱਤੇ 3 ਵਾਰੀ ਕ੍ਰਮਵਾਰ 1806, 1807 ਅਤੇ 1808 ਈਸਵੀ ਵਿੱਚ ਹਮਲੇ ਕੀਤੇ। ਪਹਿਲੇ ਹਮਲੇ ਵਿੱਚ ਲੁਧਿਆਣਾ, ਜਗਰਾਓਂ, ਦਾਖਾ, ਜੰਡਿਆਲਾ ਅਤੇ ਤਲਵੰਡੀ ਦੇ ਪ੍ਰਦੇਸ਼ਾਂ ਉੱਪਰ ਕਬਜ਼ਾ ਕਰ ਲਿਆ। ਦੂਜੀ ਮੁਹਿੰਮ ਦੌਰਾਨ ਰਣਜੀਤ ਸਿੰਘ ਨੇ ਮੁਰਿੱਡਾ, ਸਰਹਿੰਦ, ਜੀਰਾ, ਕੋਟਕਪੂਰਾ ਅਤੇ ਧਰਮਕੋਟ ਦੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਆਪਣੀ ਤੀਸਰੀ ਮੁਹਿੰਮ ਦੇ ਦੌਰਾਨ ਰਣਜੀਤ ਸਿੰਘ ਨੇ ਫਰੀਦਕੋਟ, ਅੰਬਾਲਾ ਅਤੇ ਸ਼ਾਹਬਾਦ ਦੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਮਹਾਰਾਜਾ ਨੇ ਇਨ੍ਹਾਂ ਜਿੱਤੇ ਹੋਏ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਨਹੀਂ ਸੀ ਕੀਤਾ, ਬਲਕਿ ਉਹਨਾਂ ਨੂੰ ਆਪਣੇ ਸਾਥੀਆਂ ਵਿੱਚ ਵੰਡ ਦਿੱਤਾ। 25 ਅਪ੍ਰੈਲ 1809 ਈਸਵੀ ਨੂੰ ਸੰਧੀ ਅਨੁਸਾਰ ਇਹ ਇਲਾਕੇ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲੇ ਗਏ। ਇਸ ਕਰਕੇ ਰਣਜੀਤ ਸਿੰਘ ਇਹਨਾਂ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਨਾ ਕਰ ਸਕਿਆ। ਸਤਲੁਜ ਉਰਾਰ ਦੇ ਹਮਲੇ। ਜੰਮੂ ਦੀ ਜਿੱਤ। ਮਹਾਰਾਜਾ ਰਣਜੀਤ ਸਿੰਘ ਨੇ 1800 ਅਤੇ 1806 ਅਤੇ 1807 ਈਸਵੀ ਵਿੱਚ 3 ਵਾਰੀ ਆਪਣੇ ਸੈਨਿਕ ਮੁਹਿੰਮਾਂ ਭੇਜੀਆਂ, ਪਰ ਜੰਮੂ ਦਾ ਸ਼ਾਸਕ ਹਰ ਵਾਰੀ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਭਾਰੀ ਨਜ਼ਰਾਨੇ ਦੇ ਕੇ ਵਾਪਸ ਮੋੜ ਦਿੰਦਾ ਸੀਗਾ। ਠੀਕ ਹੈ ਕਿ ਹਰ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਭੇਜੀਆਂ ਤਾਂ ਕਿ ਉਹ ਜੰਮੂ 'ਤੇ ਜਿੱਤ ਪ੍ਰਾਪਤ ਕਰ ਸਕੇ, ਪਰ ਜੰਮੂ ਦਾ ਜਿਹੜਾ ਸ਼ਾਸਕ ਸੀਗਾ ਉਹ ਹਰ ਵਾਰੀ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਯਾਨੀ ਕਿ ਭਾਰੀ ਨਜ਼ਰਾਨੀਆਂ ਕਹਿ ਲਓ ਕਿ ਲਾਲਚ ਦੇ ਕੇ, ਪੈਸੇ ਦੇ ਕੇ ਵਾਪਸ ਮੋੜ ਦਿੰਦਾ ਸੀਗਾ। 1809 ਈਸਵੀ ਵਿੱਚ ਜੰਮੂ ਦੇ ਰਾਜੇ ਜੈ ਸਿੰਘ ਦੀ ਮੌਤ ਪਿੱਛੋਂ ਰਣਜੀਤ ਸਿੰਘ ਦੇ ਦੀਵਾਨ ਭਵਾਨੀ ਦਾਸ ਦੀ ਅਗਵਾਈ ਹੇਠ ਇੱਕ ਵਿਸ਼ਾਲ ਫੌਜ ਭੇਜੀ। ਉਸ ਨੇ ਬੜੀ ਆਸਾਨੀ ਨਾਲ ਜੰਮੂ 'ਤੇ ਕਬਜ਼ਾ ਕਰ ਲਿਆ। ਸੋ ਇਹ ਸਭ ਤੋਂ ਵੱਡਾ ਰੋਲ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਸਾਮਰਾਜ ਨੂੰ ਵਧਾਉਣ ਦਾ। ਠੀਕ ਹੈ, ਕਮਜ਼ੋਰ ਰਿਆਸਤਾਂ ਨੂੰ ਆਪਣੇ ਵੱਲ ਕਰ ਲੈਣਾ, ਜਾਂ ਕਿਸੇ ਰਾਜੇ ਦਾ ਕੋਈ ਸ਼ਾਸਕ ਅਗਰ ਮਾਰ ਜਾਂਦਾ ਸੀਗਾ ਤੇ ਉਸ ਰਾਜੇ ਉੱਤੇ ਹਮਲਾ ਕਰਕੇ ਉਸ ਰਾਜੇ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲੈਣਾ। ਕਾਂਗੜਾ ਦੀ ਜਿੱਤ। ਕਾਂਗੜਾ ਦੀ ਜਿੱਤ ਵੀ ਇੰਪੋਰਟੈਂਟ ਹੈ। 1809 ਈਸਵੀ ਵਿੱਚ ਨੇਪਾਲ ਦੇ ਗੋਰਖਿਆਂ ਨੇ ਕਾਂਗੜੇ ਦੇ ਕਿਲ੍ਹੇ ਨੂੰ ਘੇਰ ਲਿਆ ਸੀ। ਕਾਂਗੜੇ ਦੇ ਸ਼ਾਸਕ ਸੰਸਾਰ ਚੰਦ ਕਟੋਚ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ। ਇਸ ਮਦਦ ਦੇ ਬਦਲੇ ਉਸਨੇ ਰਣਜੀਤ ਸਿੰਘ ਨੂੰ ਕਾਂਗੜਾ ਦਾ ਕਿਲ੍ਹਾ ਦੇਣ ਦਾ ਵਚਨ ਦਿੱਤਾ। ਰਣਜੀਤ ਸਿੰਘ ਨੇ ਗੋਰਖਿਆਂ ਦੀ ਫੌਜ ਨੂੰ ਦੜਾ ਦਿੱਤਾ, ਪਰ ਹੁਣ ਸੰਸਾਰ ਚੰਦ ਨੇ ਕਿਲ੍ਹਾ ਦੇਣ ਤੋਂ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਮਹਾਰਾਜੇ ਨੇ ਸੰਸਾਰ ਚੰਦ ਦੇ ਪੁੱਤਰ ਅਨੁਰੋਧ ਨੂੰ ਕੈਦ ਕਰ ਲਿਆ। ਮਜਬੂਰ ਹੋ ਕੇ ਸੰਸਾਰ ਚੰਦ ਨੇ ਕਿਲ੍ਹਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਇਸ ਨਾਲ ਰਣਜੀਤ ਸਿੰਘ ਦੀ ਪ੍ਰਸਿੱਧੀ ਵਿੱਚ ਭਰਪੂਰ ਵਾਧਾ ਹੋ ਗਿਆ। ਅਟਕ ਦੀ ਜਿੱਤ ਵੈਰੀ ਇੰਪੋਰਟੈਂਟ ਹੈਗੀ ਹੈ। ਸੋ ਅਟਕ ਦੀ ਜਿੱਤ ਦਾ ਕੁਐਸਚਨ ਆਪਾਂ ਜ਼ਰੂਰ ਤਿਆਰ ਕਰਾਂਗੇ। ਅਟਕ ਦੀ ਜਿੱਤ 1813। ਅਟਕ ਦਾ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਅਫਗਾਨ ਗਵਰਨਰ ਜਹਾਂਦਦ ਖਾਂ ਦਾ ਸ਼ਾਸਨ ਸੀ। 1813 ਈਸਵੀ ਵਿੱਚ ਜਦੋਂ ਕਾਬਲ ਦੇ ਵਜ਼ੀਰ ਫਤਿਹ ਖਾਂ ਨੇ ਕਸ਼ਮੀਰ 'ਤੇ ਹਮਲਾ ਕਰਕੇ ਉਸਦੇ ਭਰਾ ਅਤਾ ਮੁਹੰਮਦ ਖਾਂ ਨੂੰ ਹਰਾ ਦਿੱਤਾ ਸੀ, ਹੁਣ ਜਹਾਂਦਦ ਖਾਂ ਨੂੰ ਯਕੀਨ ਹੋ ਗਿਆ ਸੀਗਾ ਕਿ ਫਤਿਹ ਖਾਂ ਦਾ ਅਗਲਾ ਨਿਸ਼ਾਨਾ ਅਟਕ ਹੋਏਗਾ। ਇਸ ਲਈ ਉਸਨੇ 1 ਲੱਖ ਦੀ ਜਗੀਰ ਬਦਲੇ ਅਟਕ ਦਾ ਕਿਲ੍ਹਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਜਦੋਂ ਫਤਿਹ ਖਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਅੱਗ ਬਬੂਲਾ ਹੋ ਗਿਆ। ਉਸਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫੌਜਾਂ ਨਾਲ ਅਟਕ ਵੱਲ ਕੂਚ ਕੀਤਾ। 13 ਜੁਲਾਈ 1813 ਈਸਵੀ ਨੂੰ ਹੈਦਰੋ ਨਾਂ ਦੇ ਸਥਾਨ 'ਤੇ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਫਤਿਹ ਖਾਂ ਨੂੰ ਕਰਾਰੀ ਹਾਰ ਦਿੱਤੀ। ਇਸ ਨਾਲ ਰਣਜੀਤ ਸਿੰਘ ਦਾ ਅਟਕ 'ਤੇ ਅਧਿਕਾਰ ਪੱਕਾ ਹੋ ਗਿਆ। ਸੋ ਅਟਕ ਦੀ ਜਿੱਤ ਦਾ ਬੇਸਿਕਲੀ ਕੀ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਇਸ ਸਮੇਂ ਅਫਗਾਨ ਗਵਰਨਰ ਜਹਾਂਦਦ ਖਾਂ ਦਾ ਸ਼ਾਸਨ ਉਸ ਸਮੇਂ ਅਫਗਾਨ ਜਿਹੜਾ ਸੀਗਾ ਜਹਾਂਦਦ ਖਾਂ ਦਾ ਸ਼ਾਸਨ ਸੀਗਾ। ਜਦੋਂ ਕਾਬਲ ਦੇ ਵਜ਼ੀਰ ਫਤਿਹ ਖਾਂ ਨੇ ਕਸ਼ਮੀਰ 'ਤੇ ਉੱਪਰ ਹਮਲਾ ਕੀਤਾ ਤਾਂ ਉਸਦਾ ਭਰਾ ਅਤਾ ਮੁਹੰਮਦ ਖਾਂ ਨੂੰ ਹਰਾ ਦਿੱਤਾ।
ਹੁਣ ਜਹਾਦਤ ਖਾਨ ਨੂੰ ਯਕੀਨ ਹੋ ਗਿਆ ਸੀਗਾ ਕਿ ਫਤਿਹ ਖਾਨ ਦਾ ਅਗਲਾ ਨਿਸ਼ਾਨਾ ਅਟਕ ਹੀ ਹੋਏਗਾ। ਇਸ ਲਈ ਉਸਨੇ 1 ਲੱਖ ਦੀ ਜਗੀਰ ਬਦਲੇ ਅਟਕ ਦਾ ਕਿਲ੍ਹਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਉਹਨੂੰ ਜਦੋਂ ਪਤਾ ਲੱਗਾ ਕਿ ਫਤਿਹ ਖਾਨ ਇਸ 'ਤੇ ਹਮਲਾ ਕਰੇਗਾ, ਉਸ ਤੋਂ ਪਹਿਲਾਂ ਉਸਨੇ 1 ਲੱਖ ਦੀ ਜਗੀਰ ਦੇ ਬਦਲੇ ਅਟਕ ਦਾ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਜਦੋਂ ਫਤਿਹ ਖਾਨ ਨੂੰ ਇਸ ਬਾਰੇ ਪਤਾ ਲੱਗਾ ਕਿ ਅਟਕ ਦਾ ਕਿਲ੍ਹਾ ਹੁਣ ਮਹਾਰਾਜਾ ਰਣਜੀਤ ਸਿੰਘ ਕੋਲ ਚਲਾ ਗਿਆ, ਤੇ ਉਹ ਅੱਗ ਬਬੂਲਾ ਹੋ ਗਿਆ। ਉਸਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫੌਜਾਂ ਨਾਲ ਅਟਕ ਵੱਲ ਕੂਚ ਕੀਤਾ, ਯਾਨੀ ਕਿ ਉਹ ਅਟਕ ਵੱਲ ਤੁਰ ਪਿਆ ਮਹਾਰਾਜਾ ਰਣਜੀਤ ਸਿੰਘ ਕੋਲ ਆਪਣਾ ਕਿਲ੍ਹਾ ਖੋਹਣ ਲਈ। ਪਰ ਜਦੋਂ 13 ਜੁਲਾਈ 1813 ਈਸਵੀ ਨੂੰ ਹਜਰੋ ਜਾਂ ਹੈਦਰੋ ਦੇ ਸਥਾਨ 'ਤੇ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਫਤਿਹ ਖਾਨ ਨੇ ਕਰਾਰੀ ਹਾਰ ਦਿੱਤੀ। ਠੀਕ ਹੈ, ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ, ਫਤਿਹ ਖਾਨ ਹਾਰ ਗਿਆ। ਇਸ ਨਾਲ ਰਣਜੀਤ ਸਿੰਘ ਦਾ ਅਟਕ 'ਤੇ ਅਧਿਕਾਰ ਪੱਕਾ ਹੋ ਗਿਆ। ਮੁਲਤਾਨ ਦੀ ਜਿੱਤ ਵੀ ਵੈਰੀ ਇੰਪੋਰਟੈਂਟ ਹੈ। ਸੋ ਮੁਲਤਾਨ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਰਾਜ ਸੀ। ਰਣਜੀਤ ਸਿੰਘ ਨੇ 1802 ਈਸਵੀ ਤੋਂ 1817 ਈਸਵੀ ਦੇ ਸਮੇਂ ਦੌਰਾਨ 6 ਮੁਹਿੰਮਾਂ ਭੇਜੀਆਂ। ਠੀਕ ਹੈ, ਮੁਲਤਾਨ ਨੂੰ ਜਿੱਤਣ ਲਈ। ਮੁਲਤਾਨ ਦਾ ਸ਼ਾਸਕ ਮੁਜ਼ੱਫਰ ਖਾਂ ਹਰ ਵਾਰ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨੇ ਦੇ ਕੇ ਢਾਲ ਦਿੰਦਾ ਸੀਗਾ। ਇਸ ਨੇ ਵੀ ਨਜ਼ਰਾਨੇ ਦੇ ਕੇ ਉਸ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਢਾਲਣਾ ਸ਼ੁਰੂ ਕੀਤਾ। 1818 ਈਸਵੀ ਦੇ ਵਿੱਚ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਦਾ ਪੱਕਾ ਫੈਸਲਾ ਕਰ ਲਿਆ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਫੌਜ ਮਿਸਰ ਦੀਵਾਨ ਚੰਦ ਦੇ ਅਧੀਨ ਮੁਲਤਾਨ ਭੇਜੀ। 4 ਮਹੀਨੇ ਤੱਕ ਮੁਲਤਾਨ ਦੇ ਕਿਲ੍ਹੇ ਨੂੰ ਸਿੱਖ ਫੌਜਾਂ ਨੇ ਘੇਰ ਪਾਏ ਰੱਖਿਆ। ਮੁਜ਼ੱਫਰ ਖਾਂ ਦੀਆਂ ਫੌਜਾਂ ਵੀ ਡਟ ਕੇ ਮੁਕਾਬਲਾ ਕਰ ਰਹੀਆਂ ਸਨ, ਪਰ ਅੰਤ 2 ਜੂਨ 1818 ਈਸਵੀ ਨੂੰ ਅਕਾਲੀ ਨੇਤਾ ਸਾਧੂ ਸਿੰਘ ਆਪਣੇ ਕੁਝ ਸਾਥੀਆਂ ਨਾਲ ਕਿਲ੍ਹੇ ਅੰਦਰ ਦਾਖਲ ਹੋਣ ਵਿੱਚ ਸਫਲ ਹੋ ਗਿਆ। ਮੁਜ਼ੱਫਰ ਖਾਂ ਅਤੇ ਉਸਦੇ ਪੁੱਤਰ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਮਾਰੇ ਗਏ। ਇਸ ਤਰ੍ਹਾਂ ਸਿੱਖਾਂ ਦਾ ਮੁਲਤਾਨ ਉੱਪਰ ਕਬਜ਼ਾ ਹੋ ਗਿਆ। ਕਸ਼ਮੀਰ ਦੀ ਜਿੱਤ ਵੀ ਵੈਰੀ ਇੰਪੋਰਟੈਂਟ ਹੈ। ਸੋ ਕਾਫੀ ਸਾਰੀਆਂ ਜਿੱਤਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ। ਸੋ ਬੇਸਿਕਲੀ ਜੋ ਮੈਂ ਸਲਾਈਡ ਵਿੱਚ ਕਰਵਾ ਰਹੀ ਹਾਂ ਉਹ ਮੋਸਟ ਇੰਪੋਰਟੈਂਟ ਜਿੱਤਾਂ ਨੇ। ਸੋ ਬਾਕੀ ਤੁਸੀਂ ਬੁੱਕ ਵਿੱਚੋਂ ਰੀਡ ਕਰ ਸਕਦੇ ਹੋ, ਗਾਈਡ ਵਿੱਚੋਂ ਰੀਡ ਕਰ ਸਕਦੇ ਹੋ। ਮੇਨ ਮੋਟਿਵ ਹੈ ਕਿ ਇਹਨਾਂ ਵਿੱਚੋਂ ਕੋਈ ਨਾ ਕੋਈ ਕੁਐਸਚਨ ਜ਼ਰੂਰ ਸਾਨੂੰ ਪੁੱਟ ਕਰ ਸਕਦੇ ਆ ਐਗਜ਼ਾਮੀਨਰ। ਸੋ ਆਪਾਂ ਆਪਣੇ ਸਾਰੇ ਕੁਐਸਚਨਸ ਤਿਆਰ ਕਰਾਂਗੇ। ਸੋ ਅਸੀਂ ਹੁਣ ਕਸ਼ਮੀਰ ਦੀ ਜਿੱਤ ਬਾਰੇ ਗੱਲ ਕਰਾਂਗੇ। ਮਹਾਰਾਜਾ ਰਣਜੀਤ ਸਿੰਘ ਵਾਂਗ ਹੀ ਕਾਬਲ ਦਾ ਵਜ਼ੀਰ ਫਤਿਹ ਖਾਨ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀਗਾ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਵਾਂਗ ਹੀ ਕਾਬਲ ਦਾ ਵਜ਼ੀਰ, ਯਾਨੀ ਕਿ ਕੋਈ ਹੋਰ ਵੀ ਕਸ਼ਮੀਰ ਦੇ ਉੱਪਰ ਅੱਖ ਰੱਖ ਰਿਹਾ ਸੀਗਾ। ਉਹ ਕੌਣ ਸੀਗਾ? ਫਤਿਹ ਖਾਨ। ਉਹ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀਗਾ। ਦੋਵਾਂ ਵਿੱਚੋਂ ਕੋਈ ਵੀ ਇਕੱਲਾ ਕਸ਼ਮੀਰ ਉੱਪਰ ਕਬਜ਼ਾ ਕਰਨ ਦੇ ਯੋਗ ਨਹੀਂ ਸੀਗਾ। ਇਸ ਲਈ ਦੋਵਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਆ। ਦੋਵਾਂ ਨੇ ਰੋਹਤਾਸ ਦੇ ਵਿੱਚ ਇੱਕ ਸਮਝੌਤਾ ਕੀਤਾ। ਇਸ ਸਮਝੌਤੇ ਦੇ ਅਧੀਨ ਮਹਾਰਾਜੇ ਨੇ 12,000 ਸੈਨਿਕ ਮੋਹਕਮ ਚੰਦ ਦੀ ਅਗਵਾਈ ਹੇਠ ਫਤਿਹ ਖਾਨ ਨਾਲ ਭੇਜਣ ਦਾ ਫੈਸਲਾ ਕੀਤਾ। ਫਤਿਹ ਖਾਨ ਨੇ ਇਸ ਸਹਾਇਤਾ ਦੇ ਬਦਲੇ ਤੀਜਾ ਹਿੱਸਾ ਦੇਣਾ ਮੰਨ ਲਿਆ। 1813 ਈਸਵੀ ਵਿੱਚ ਦੋਵਾਂ ਫੌਜਾਂ ਨੇ ਚੜ੍ਹਾਈ ਕੀਤੀ। ਸ਼ੇਰਗੜ੍ਹ ਵਿਖੇ ਲੜਾਈ ਹੋਈ। ਅੰਤ ਮੁਹੰਮਦ ਖਾਨ ਦੀ ਹਾਰ ਹੋਈ, ਪਰ ਸਮਝੌਤੇ ਅਨੁਸਾਰ ਫਤਿਹ ਖਾਨ ਨੇ ਰਣਜੀਤ ਸਿੰਘ ਨੂੰ ਕੁਝ ਨਾ ਦਿੱਤਾ। 1814 ਈਸਵੀ ਵਿੱਚ ਰਣਜੀਤ ਸਿੰਘ ਨੇ ਕਸ਼ਮੀਰ ਉੱਪਰ ਦੂਸਰੀ ਵਾਰ ਹਮਲਾ ਕੀਤਾ। ਇਸ ਮੁਹਿੰਮ ਵਿੱਚ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ। ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਰਣਜੀਤ ਸਿੰਘ ਨੇ 1819 ਵਿੱਚ ਤੀਸਰੀ ਵਾਰ ਹਮਲਾ ਕੀਤਾ। ਸੁਪੀਨ ਵਿਖੇ ਲੜਾਈ ਵਿੱਚ 5 ਜੁਲਾਈ 1819 ਈਸਵੀ ਨੂੰ ਗਵਰਨਰ ਜਬਰ ਖਾਨ ਦੀ ਕਰਾਰੀ ਹਾਰ ਹੋਈ। ਸੋ ਜਬਰ ਖਾਨ ਨੂੰ ਜਦੋਂ ਕਰਾਰੀ ਹਾਰ ਹੋਈ, ਜਦਕਿ ਕਸ਼ਮੀਰ ਦੀ ਵਿਜੇ ਦਾ ਵੀ ਬਹੁਤ ਹੀ ਮਹੱਤਵ ਆ। ਇਸ ਵਿਜੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਮਤਲਬ ਕਾਫੀ ਵੱਧ ਗਈ। ਉਹਨੇ ਸਿੱਖ ਸਾਮਰਾਜ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ। ਠੀਕ ਹੈ, ਉਹਨਾਂ ਨੇ ਕਾਫੀ ਸਾਰੀ ਜਿਹੜੇ ਸੀਗੇ ਧਨ ਵੀ ਇਸ ਜਗ੍ਹਾ ਤੋਂ ਲੁੱਟਿਆ। ਸੋ ਇਹ ਅਗਰ ਦੇਖਿਆ ਜਾਏ ਤਾਂ ਕਾਫੀ ਇੰਪੋਰਟੈਂਟ ਜਿੱਤ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਲਈ। ਡੇਰਾ ਕਾਜ਼ੀ ਖਾਨ ਦੀ ਜਿੱਤ 1820। ਹੁਣ ਮਹਾਰਾਜਾ ਰਣਜੀਤ ਸਿੰਘ ਦੱਖਣ ਪੱਛਮ ਦੇ ਇਲਾਕੇ ਜਿੱਤਣਾ ਚਾਹੁੰਦੇ ਸੀਗੇ। ਠੀਕ ਹੈ, ਬਾਕੀ ਸਾਰੇ ਇਲਾਕੇ ਜਿੱਤਣ ਤੋਂ ਬਾਅਦ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਆਪਣੇ ਸਾਮਰਾਜ ਨੂੰ ਵਧਾਉਣ ਲਈ ਉਹਨਾਂ ਨੇ ਦੱਖਣ ਪੱਛਮ ਦੇ ਇਲਾਕਿਆਂ ਵੱਲ ਦੇਖਣਾ ਸ਼ੁਰੂ ਕੀਤਾ। ਡੇਰਾ ਗਾਜ਼ੀ ਖਾਨ ਦਾ ਸ਼ਾਸਕ ਜ਼ਮਾਨ ਖਾਂ, ਜੋ ਨਾ ਮਾਤਰ ਹੀ ਕਾਬਲ ਦੇ ਅਧੀਨ ਸੀ, ਪਰੰਤੂ ਅਸਲੀ ਰੂਪ ਵਿੱਚ ਉਹ ਸੁਤੰਤਰ ਸੀ, ਜਮਾਦਾਰ ਖੁਸ਼ਹਾਲ ਸਿੰਘ ਦੀ ਅਗਵਾਈ ਹੇਠ ਭੇਜੀ ਫੌਜ ਨੇ ਸ਼ਾਹ ਜਮਾਨ ਨੂੰ ਹਰਾ ਕੇ ਡੇਰਾ ਕਾਜ਼ੀ ਖਾਂ ਉੱਪਰ ਕਬਜ਼ਾ ਕਰ ਲਿਆ। ਡੇਰਾ ਇਸਮਾਈਲ ਖਾਂ ਅਤੇ ਮਨਕੇਰਾਂ ਦੀ ਜਿੱਤ। ਇਹ ਦੋਵੇਂ ਇਲਾਕੇ ਕਾਜ਼ੀ ਅਹਿਮਦ ਖਾਨ ਦੇ ਅਧੀਨ ਸਨ। ਇਹਨਾਂ ਨੂੰ ਜਿੱਤਣ ਲਈ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਫੌਜ ਦਿੱਤੀ ਗਈ। ਉਸ ਨੂੰ ਇਹ ਯਕੀਨ ਹੋ ਗਿਆ ਕਿ ਇਹ ਸਿੱਖ ਫੌਜਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਲਈ ਉਸਨੇ ਹਥਿਆਰ ਸੁੱਟ ਦਿੱਤੇ ਅਤੇ ਅਧੀਨਤਾ ਸਵੀਕਾਰ ਕਰ ਲਈ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ। ਪਿਸ਼ਾਵਰ ਦੀ ਜਿੱਤ।
ਪਿਸ਼ਾਵਰ ਦੀ ਜਿੱਤ ਵੀ ਮਹਾਰਾਜਾ ਰਣਜੀਤ ਸਿੰਘ ਦੇ ਜਿੱਤਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਜਿੱਤ ਹੈ, ਠੀਕ ਹੈ। ਤੇ ਇਹ ਇਲਾਕਾ ਵੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। 1818 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪਹਿਲੀ ਮੁਹਿੰਮ ਵਿੱਚ ਹੀ ਪਿਸ਼ਾਵਰ ਦੇ ਸਾਂਝੇ ਅਫਗਾਨ ਗਵਰਨਰਾਂ ਵਿੱਚੋਂ ਦੋਸਤ ਮੁਹੰਮਦ ਖਾਂ ਅਤੇ ਯਾਰ ਮੁਹੰਮਦ ਖਾਂ ਨੂੰ ਹਰਾ ਦਿੱਤਾ। 1823 ਈਸਵੀ ਵਿੱਚ ਅਫਗਾਨਿਸਤਾਨ ਦੇ ਵਜ਼ੀਰ ਮੁਹੰਮਦ ਆਜ਼ਮ ਖਾਂ ਨੇ ਪਿਸ਼ਾਵਰ ਉੱਪਰ ਕਬਜ਼ਾ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਨੌਸ਼ੇਰਾ ਵਿਖੇ ਹੋਈ ਘਮਾਸਾਨ ਦੀ ਲੜਾਈ ਵਿੱਚ ਹਰਾ ਕੇ ਮੁੜ ਪਿਸ਼ਾਵਰ ਉੱਪਰ ਕਬਜ਼ਾ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ 1834 ਈਸਵੀ ਵਿੱਚ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਇਸ ਮਹੱਤਵਪੂਰਨ ਜਿੱਤ ਨਾਲ ਇੱਕ ਪਾਸੇ ਅਫਗਾਨਾਂ ਦੀ ਸ਼ਕਤੀ ਨੂੰ ਜ਼ਬਰਦਸਤ ਧੱਕਾ ਲੱਗਾ ਅਤੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਸੀ। ਸੋ ਪਿਸ਼ਾਵਰ ਦੀ ਜਿੱਤ ਵੀ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਹੀ ਇੰਪੋਰਟੈਂਟ ਜਿੱਤ ਰਹੀ ਹੈ ਉਹਨਾਂ ਦੀ। ਸੋ ਜੋ ਵੀ ਇਹ ਜਿੱਤਾਂ ਪ੍ਰਾਪਤ ਕਰਦੇ ਸੀ, ਇਹਨਾਂ ਨਾਲ ਇਹਨਾਂ ਦੇ ਸਾਮਰਾਜ ਦਾ ਵਿਸਤਾਰ ਹੁੰਦਾ ਸੀਗਾ। ਜੇਕਰ ਇਹਨਾਂ ਦੀ ਇੰਪੋਰਟੈਂਸ ਵੱਲ ਵੇਖੀਏ, ਇਹ ਉਸ ਰਾਜ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਸ ਰਾਜ ਦੇ ਉੱਤੇ ਆਪਣਾ ਅਧਿਕਾਰ ਕਰ ਲੈਂਦੇ ਸੀਗੇ। ਜੋ ਵੀ ਅਗਰ ਕੋਈ ਰਾਜ ਅਗਰ ਵਧੀਆ ਤਰੀਕੇ ਨਾਲ ਕਹਿ ਲਓ ਕਿ ਆਰਥਿਕ ਪੱਖ ਤੋਂ ਵਧੀਆ ਤਰੀਕੇ ਨਾਲ ਅਗਰ ਉੱਭਰ ਕੇ ਆਉਂਦਾ ਸੀਗਾ, ਅਤੇ ਉਸ ਦਾ ਲਾਭ ਇਹਨਾਂ ਸ਼ਾਸਕ ਵਰਗ ਨੂੰ ਹੀ ਹੁੰਦਾ ਸੀਗਾ, ਠੀਕ ਹੈ। ਅਤੇ ਜੋ ਵੀ ਅਗਰ ਲੁੱਟ ਦਾ ਮਾਲ ਉੱਥੋਂ ਪ੍ਰਾਪਤ ਕਰਦੇ ਸੀਗੇ ਅਤੇ ਉਹਦੇ ਨਾਲ ਇਹਨਾਂ ਦਾ ਆਪਣਾ ਹੀ ਫਾਇਦਾ ਹੁੰਦਾ ਸੀਗਾ, ਠੀਕ ਹੈ। ਕੋਈ ਵੀ ਜੇਕਰ ਲੁੱਟ ਦਾ ਧਨ ਉੱਥੋਂ ਪ੍ਰਾਪਤ ਕਰਦੇ ਸੀਗੇ। ਸੋ ਥਰਡ ਪੁਆਇੰਟ ਇਹਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਲੱਗ ਅਲੱਗ ਜਿੱਤਾਂ ਦੇ ਕਾਰਨ ਉਹਨਾਂ ਦੀ ਜਿਹੜੀ ਦੂਰ ਦੂਰ ਤੱਕ ਪ੍ਰਸਿੱਧੀ ਹੁੰਦੀ ਰਹੀ। ਜਿਵੇਂ ਉਹਨਾਂ ਨੇ ਆਪਣੇ ਦੱਖਣ ਪੱਛਮ ਦੇ ਇਲਾਕਿਆਂ ਨੂੰ ਜਿੱਤਣਾ ਸ਼ੁਰੂ ਕਰ ਦਿੱਤਾ, ਇਸ ਤਰ੍ਹਾਂ ਉਹਨਾਂ ਦੀ ਦੂਰ ਦੂਰ ਤੱਕ ਜਿਹੜੀ ਪ੍ਰਸਿੱਧੀ ਫੈਲਦੀ ਗਈ। ਸੋ ਇਹ ਸੀਗੇ ਸਾਰੀ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ। ਸੋ ਆਈ ਹੋਪ ਕਿ ਤੁਹਾਨੂੰ ਅੱਛੀ ਤਰ੍ਹਾਂ ਅੰਡਰਸਟੈਂਡ ਤੁਸੀਂ ਕੀਤਾ ਹੋਏਗਾ। ਐਂਡ ਜੇਕਰ ਤੁਸੀਂ ਹੋਰ ਡਿਟੇਲ ਵਿੱਚ ਜਾਣਨਾ ਚਾਹੋ ਤਾਂ ਆਪਣੀ ਬੁੱਕ ਰੀਡਿੰਗ ਕਰ ਸਕਦੇ ਹੋ, ਠੀਕ ਹੈ। ਅੱਛੀ ਤਰ੍ਹਾਂ ਸਮਝਣ ਲਈ ਇਹਨਾਂ ਦੀ ਮੁਹਿੰਮ ਵੀ ਕਾਫੀ ਸਾਰੀ ਨੇ। ਆਪਾਂ ਬੇਸਿਕਲੀ ਸਲਾਈਡ ਦੇ ਵਿੱਚੋਂ ਮੇਨ ਇੰਪੋਰਟੈਂਟ ਲੜਾਈਆਂ ਕੀਤੀਆਂ ਨੇ, ਜਿਵੇਂ ਕਿ ਹਜਰੋ ਦੀ ਲੜਾਈ, ਠੀਕ ਹੈ, ਅਟਕ ਦੀ ਲੜਾਈ, ਪਿਸ਼ਾਵਰ ਦੀ ਲੜਾਈ, ਕਸ਼ਮੀਰ ਦੇ ਵਿਜੇ, ਠੀਕ ਹੈ। ਇਹ ਸਾਰੀਆਂ ਹੀ ਜਿਹੜੀਆਂ ਨੇ ਇੰਪੋਰਟੈਂਟ ਲੜਾਈਆਂ ਹੈਗੀਆਂ ਨੇ, ਅਤੇ ਕੋਈ ਵੀ ਇਹਨਾਂ 'ਚੋਂ ਕੁਐਸਚਨ ਸਾਨੂੰ ਪੁੱਛ ਸਕਦੇ ਨੇ। ਕੋਈ ਕੰਪਰੀਹੈਂਸ਼ਨ ਦੇ ਟਾਈਪ ਵੀ ਹੈ ਪੈਰਾ ਸਾਨੂੰ ਪਾ ਸਕਦੇ ਨੇ। ਸੋ ਆਈ ਹੋਪ ਕਿ ਤੁਹਾਨੂੰ ਅੱਛਾ ਲੱਗਾ ਹੋਏਗਾ। ਜੇ ਅੱਛਾ ਲੱਗਾ ਹੋਇਆ ਤਾਂ ਲਾਈਕ ਜ਼ਰੂਰ ਕਰਨਾ। ਐਂਡ ਬਾਏ ਬਾਏ ਐਂਡ ਟੇਕ ਕੇਅਰ।